ਧਰਮ ਦੀ ਧਰਤੀ ਹੁੰਦੇ ਨੇ। ਜਿਸ ਤਰ੍ਹਾਂ ਦਾ ਸਾਡਾ ਭਾਵ, ਜਿਸ ਤਰ੍ਹਾਂ ਦਾ ਸਾਡਾ ਖਿਆਲ, ਉਸੇ ਤਰ੍ਹਾਂ ਦਾ ਹੀ ਸਾਨੂੰ ਜਿਹੜਾ ਫਲ ਮਿਲਦਾ ਹੈ। ਸੰਗਰਾਂਦ 'ਤੇ ਵੀ ਸਤਿਗੁਰਾਂ ਦੇ ਬਚਨ ਬਾਣੀ ਵਿੱਚ ਆਏ ਕਿ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜਿਸ ਤਰ੍ਹਾਂ ਦੇ ਅਸੀਂ ਕਰਮ ਕਰਦੇ ਹਾਂ, ਜੋ ਅਸੀਂ ਖਿਆਲ ਰੱਖ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਾਂ ਇਸ ਸੰਸਾਰ ਵਿੱਚ ਚੱਲਦੇ ਹਾਂ, ਜਿਸ ਤਰ੍ਹਾਂ ਦੇ ਵੀ ਸਾਡੇ ਉਹ ਕਰਮ ਬਣਦੇ ਨੇ, ਉਸ ਤਰ੍ਹਾਂ ਦਾ ਹੀ ਸਾਨੂੰ ਜਿਹੜਾ ਫਲ ਮਿਲਦਾ ਹੈ। ਅਤੇ ਹੋਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਜਿੰਨੇ ਵੀ ਇੱਥੇ ਰੋਗ ਨੇ, ਉਹਨਾਂ ਨੇ ਦੱਸ ਦਿੱਤਾ ਕਿ ਉਹ ਕਿਸ ਤਰ੍ਹਾਂ ਲੱਗਦੇ ਨੇ। ਪਰਮੇਸ਼ਵਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਜਿੰਨੇ ਵੀ ਰੋਗ ਨੇ, ਸਤਿਗੁਰਾਂ ਦੇ ਚਰਨਾਂ ਤੋਂ ਦੂਰ ਹੋਇਆ, ਉਹਨਾਂ ਦੇ ਰਸਤੇ ਤੋਂ ਦੂਰ ਹੋਇਆ, ਉਹਨਾਂ ਦੇ ਬਚਨਾਂ 'ਚੋਂ ਬਾਹਰ ਆ ਕੇ ਜਿੰਨੇ ਵੀ ਰੋਗ ਨੇ ਉਹ ਲੱਗਦੇ ਨੇ। ਸਤਿਗੁਰਾਂ ਦੇ ਬਚਨ ਪਹਿਲਾਂ ਵੀ ਅਸੀਂ ਕਈ ਵਾਰੀ ਸੁਣੇ, ਫਰਮਾਉਣਾ ਕਿ ਦੁੱਖ ਕੋਈ ਕਿਸੇ ਚੀਜ਼ ਦਾ ਨਾਮ ਨਹੀਂ ਹੈ ਕਿ ਇਹ ਦੁੱਖ ਹੈ। ਦੁੱਖ ਦੀਆਂ ਬਹੁਤ ਹੀ ਸ਼ਕਲਾਂ ਨੇ। ਦੁਨੀਆ ਦੇ ਉੱਤੇ ਬੜੇ ਬੜੇ ਅਮੀਰ, ਬੜੇ ਬੜੇ ਵੱਡੇ ਪਰਿਵਾਰਾਂ ਵਾਲੇ, ਹਰ ਤਰ੍ਹਾਂ ਦਾ ਬਲ ਰੱਖਣ ਵਾਲੇ, ਪਰ ਇੱਥੇ ਸੁਖੀ ਕੋਈ ਨਹੀਂ ਹੈ। ਤਨ ਧਰ ਸੁਖੀਆ ਕੋਈ ਨਾ ਦੇਖਾ, ਜੋ ਦੇਖਾ ਸੋ ਦੁਖੀਆ। ਸੁੱਖ ਅਸੀਂ ਸਿਰਫ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਰਹਿ ਕੇ ਹੀ ਅਸੀਂ ਪਾ ਸਕਦੇ ਹਾਂ। ਹੋਰ ਕੋਈ ਵੀ ਐਸਾ ਕੋਈ ਤਰੀਕਾ ਨਹੀਂ ਹੈ ਕਿ ਜਿਸ ਤਰ੍ਹਾਂ ਅਸੀਂ ਕੋਈ ਸੁੱਖ ਪਾ ਸਕੀਏ। ਸਤਿਗੁਰੂ ਬਚਨ ਉਲੰਘ ਕੇ ਜਹਾਂ ਜੀਵ ਜੇ ਜਾਏ, ਜਹਾਂ ਜਾਏ ਤਹਾਂ ਕਾਲ ਹੈ, ਕਹੇ ਕਬੀਰ ਸਮਝਾਏ। ਸਤਿਗੁਰਾਂ ਦੇ ਬਚਨਾਂ ਤੋਂ ਬਾਹਰ ਹੋ ਕੇ ਦੁੱਖ ਹੀ ਦੁੱਖ ਨੇ। ਆਪਣੀ ਬੁੱਧ ਦੇ ਨਾਲ ਅਸੀਂ ਜਿੰਨੇ ਵੀ ਕਿਆਸੇ ਲਾਉਂਦੇ ਹਾਂ, ਜਿੰਨੀ ਵੀ ਸਾਡੀ ਸੋਚ ਵਿਚਾਰ ਹੈ, ਇਹ ਸੀਮਤ ਹੈ। ਇਹ ਦਿਮਾਗ ਜਿਹੜਾ ਹੈ, ਜਿਹੜੀ ਬੁੱਧ ਹੈ, ਸਾਨੂੰ ਇੱਥੇ ਆ ਕੇ ਮਿਲੀ ਹੈ। ਅਸੀਂ ਕਿਸੇ ਤਰ੍ਹਾਂ ਵੀ ਉਸ ਚੀਜ਼ ਦਾ ਅਸੀਂ ਅੰਤ ਨਹੀਂ ਪਾ ਸਕਦੇ। ਜੋ ਉਹਨਾਂ ਨੇ ਫਰਮਾਇਆ, ਜੋ ਬਾਣੀ 'ਚ ਫਰਮਾਇਆ ਹੈ, ਉਹਨਾਂ ਨੇ ਇੱਕ ਨਿਚੋੜ ਕੱਢ ਕੇ ਸਾਨੂੰ ਦੱਸਿਆ ਹੈ। ਸਾਡੇ ਪਰਖਣ ਵਾਸਤੇ ਇੱਥੇ ਜ਼ਿੰਦਗੀ ਜਿਹੜੀ ਬਹੁਤ ਹੀ ਥੋੜ੍ਹੀ ਹੈ। ਅਸੀਂ ਉਹਨਾਂ ਦੇ ਵਚਨਾਂ 'ਤੇ ਚੱਲ ਕੇ ਉਹ ਸੁੱਖ ਪਾ ਸਕਦੇ ਹਾਂ। ਜੇ ਅਸੀਂ ਆ ਕੇ ਇੱਥੇ ਆਪਣੇ ਬੁੱਧ ਦੇ ਨਾਲ ਕਿਸੇ ਚੀਜ਼ ਨਾਲ ਵੀ ਅਸੀਂ ਅਜਮਾਇਸ਼ਾਂ ਹੀ ਕਰਦੇ ਰਹਿੰਦੇ ਹਾਂ, ਅਤੇ ਇਹ ਜ਼ਿੰਦਗੀ ਨਿਕਲ ਜਾਂਦੀ ਹੈ, ਪਰ ਕੁਛ ਵੀ ਹੱਥ 'ਚ ਨਹੀਂ ਆਉਂਦਾ। ਇਸ ਕਰਕੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ, ਮੰਨ ਕੇ, ਫਿਰ ਹੀ ਅਸੀਂ ਇਸ ਸੰਸਾਰ ਦੇ ਵਿੱਚੋਂ, ਇਹ ਜਿਹੜਾ ਕਾਲ ਦੀ ਨਗਰੀ ਹੈ, ਇੱਥੋਂ ਨਿਕਲ ਸਕਦੇ ਹਾਂ। ਅਤੇ ਉਹਨਾਂ ਨੇ ਵਚਨ ਆਏ ਸੀ, ਸਤਿਗੁਰ ਧਰਤੀ ਧਰਮ ਹੈ, ਜੋ ਜਿਹਾ ਬੀਜੇ ਤਿਹਾ ਫਲ ਪਾਵੇ। ਅਸੀਂ ਸੰਸਾਰ 'ਚ ਸਾਰੇ ਜਿੰਨੇ ਵੀ ਇੱਥੇ ਇਨਸਾਨ ਆ, ਕਿਤੇ ਨਾ ਕਿਤੇ ਕੋਈ ਜੁੜਿਆ ਹੈ। ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਕਿ ਦੁਨੀਆ 'ਤੇ ਕੋਈ 2, 4, 5, 10 ਰੱਬ ਨਹੀਂ ਹੈ, ਤਾਕਤ ਇੱਕੋ ਹੀ ਹੈ। ਇਹ ਝਗੜੇ, ਇਹ ਜਿੰਨੇ ਵੀ ਅਸੀਂ ਇੱਥੇ ਆ ਕੇ ਖੜ੍ਹੇ ਕੀਤੇ, ਪਰ ਅੱਜ ਅਸੀਂ ਜੇ ਵਿਚਾਰ ਕਰੀਏ, ਦੇਖੀਏ, ਚਾਹੇ ਉਹ ਹਿੰਦੂ, ਚਾਹੇ ਸਿੱਖ, ਚਾਹੇ ਮੁਸਲਮਾਨ, ਈਸਾਈ, ਕੋਈ ਵੀ ਅਸੀਂ ਸੁਖੀ ਨਹੀਂ ਹਾਂ। ਹਰ ਇੱਕ ਨੂੰ ਕੋਈ ਨਾ ਕੋਈ ਕਿਸੇ ਤਰ੍ਹਾਂ ਦੁੱਖ ਚੰਬੜਿਆ ਹੈ। ਚਾਹੇ ਅਸੀਂ ਸਤਿਗੁਰਾਂ ਦੇ ਦਰਬਾਰ ਧਿਆਨਪੁਰ ਆਉਂਦੇ ਹਾਂ, ਚਾਹੇ ਹੋਰ ਕਿਤੇ ਵੀ ਅਸੀਂ ਜਾਂਦੇ ਹਾਂ, ਸੁਖੀ ਉਹੀ ਹੋਏਗਾ ਜਿਹੜਾ ਸਤਿਗੁਰਾਂ ਦੇ ਦੱਸੇ ਰਸਤੇ ਦੇ ਉੱਤੇ ਚੱਲੇਗਾ, ਉਹਨਾਂ ਦੇ ਬਚਨ ਮੰਨ ਕੇ ਡਰ ਭੈ ਦੇ ਵਿੱਚ ਰਹੇਗਾ। ਜਦੋਂ ਅਸੀਂ ਉਹਨਾਂ ਦਾ ਡਰ ਭੈ ਛੱਡ ਦਿੰਦੇ ਹਾਂ, ਫਿਰ ਉਹਨਾਂ ਦੀ ਦਇਆ ਨਹੀਂ ਸਾਨੂੰ ਹੁੰਦੀ। ਉਹਨਾਂ ਬਾਣੀ 'ਚ ਫਰਮਾਇਆ ਨਾ,
जब तक खालसा रहे न्यारा, तब लग तेज द्यों मैं सारा। जब जे दारे विप्रन की रीत, तो नहीं करूँ इसकी प्रतीत। ਜਦੋਂ तक वो पिछों करंट आएगा, जब तक उन्हों की दया आएगी, उदों तक ही असी सुखी रह सकते हैं। जदों असी उन्हों के बचन तो बाहर हुन्ने आ, फिर सानू ये जिहड़ियां उदासियां, इत्थे जिन्ने कष्ट जिहड़े ने सारे सानू मिलते हैं। तो सतगुरां दे वचन सुनन दा, सत्संग सुनन दा, मंदिर गुरुद्वारे डेरे दे विच हाज़री भरन दा मतलब इहो ही कि जो सुनिया उन्होंने मन के उत्ते अमल करके उन्होंने हर वेले कोल रखीए, नाल रखीए। सतगुरां नूं भी अपने नाल समझीए। जे उन्होंने असीं नाल समझांगे, फिर साडे कोल कोई भी जिहड़ा कोई ऐसा कर्म नहीं होएगा जिहदे करके सानूं कोई दुख लगे। गुरु महाराज जी अज दी सारिआं दी हाज़री मंजूर करन, दया करन, कृपा करन, अपना भाव भरोसा बख्शण। पिछले जो भी कोई साडे कोल भुल्लां चुकां होईआं ने, गुरु महाराज कृपा करके सानूं उहदी माफ़ी बख्शण, अगे तो बल बख्शण कि उन्हां दे हुक्म दे विच रह के, उन्हां दे दसे रस्ते ते चल के असीं उन्हां दी भगती जिहड़ी कमा सकीए। राधा स्वामी, राधा स्वामी।